नमस्कार। द स्टैलर न्यूज़ वैब टीवी देख रहे ਸਾਰੇ ਦਰਸ਼ਕਾਂ ਦਾ ਮੈਂ ਸਖਸ਼ਮ ਕਾਦੀਆ ਬਹੁਤ-ਬਹੁਤ ਸਵਾਗਤ ਕਰਦਾ। ਗੱਲ ਕਰਦੇ ਹਾਂ ਹੁਸ਼ਿਆਰਪੁਰ ਇਲਾਕੇ ਦੀ। ਇਹੋ ਜਿਹਾ ਇਲਾਕਾ ਜਿੱਥੋਂ IAS ਡਾਕਟਰਸ ਇੰਜੀਨੀਅਰਸ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਇਲਾਕੇ ਵਿੱਚੋਂ ਹੀ ਨਿਕਲਦੇ ਨੇ ਤੇ ਇਹਦਾ ਸ਼੍ਰੇ ਜਿਹੜਾ ਹੈ ਉਹ ਇੱਥੇ ਦਾ ਐਜੂਕੇਸ਼ਨ ਸਿਸਟਮ, ਇੱਥੇ ਦੇ ਟੀਚਰਸ ਉਹਨਾਂ ਨੂੰ ਦੇਣਾ ਵਧੀਆ ਹੋਵੇਗਾ ਕਿਉਂਕਿ ਬੱਚਾ ਇੱਕ ਤਦ ਤੱਕ ਇੱਕ ਨੋਰਮਲ ਫੀਲਡ ਵਿੱਚ ਰਹਿੰਦਾ ਹੈ ਜਦ ਤੱਕ ਉਹਨੂੰ ਅੱਛੀ ਗਾਈਡੈਂਸ ਨਹੀਂ ਮਿਲਦੀ ਤੇ ਗਾਈਡੈਂਸ ਦੇਣ ਵਾਲੇ ਟੀਚਰਸ ਹੁਸ਼ਿਆਰਪੁਰ ਦੇ ਅੰਦਰ ਬਹੁਤ ਨੇ ਤੇ ਇੱਕ ਇਹੋ ਜਿਹੀ ਐਗਜ਼ਾਮਪਲ, ਇੱਕ ਇਹੋ ਜਿਹਾ ਇੰਸਟੀਟਿਊਟ ਜਿਹੜਾ ਕਿ ਬਹੁਤ ਟਾਈਮ ਤੋਂ ਬੱਚਿਆਂ ਨੂੰ ਬਹੁਤ ਵਧੀਆ ਗਾਈਡੈਂਸ ਦੇ ਰਿਹਾ ਹੈ, ਇਹੋ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਅੱਜ ਅਸੀਂ ਆਏ ਹਾਂ MMM ਇੰਸਟੀਟਿਊਟਸ ਦੇ ਅੰਦਰ ਜਿੱਥੇ ਕਿ ਬਹੁਤ ਹੀ ਸਮੇਂ ਤੋਂ ਜੇ ਅਸੀਂ ਗੱਲ ਕਰੀਏ ਡਾਕਟਰਸ ਦੀ, ਉਹਨਾਂ ਨੂੰ ਇੱਕ ਤਰੀਕੇ ਨਾਲ ਟ੍ਰੇਨਡ ਕੀਤਾ ਜਾਂਦਾ ਹੈ। ਉਹਨਾਂ ਦਾ ਜਿਹੜਾ ਪਹਿਲਾ ਸ਼ੁਰੂਆਤੀ ਪੇਪਰ ਹੁੰਦਾ ਹੈ ਨੀਟ ਦਾ, ਉਹਦੀ ਤਿਆਰੀ ਕਰਵਾਈ ਜਾਂਦੀ ਹੈ, JEE ਦੀ ਤਿਆਰੀ ਕਰਵਾਈ ਜਾਂਦੀ ਹੈ ਤਾਂ ਕਿ ਇੰਜੀਨੀਅਰਸ ਜਿਹੜੇ ਨੇ ਉਹ ਵੀ ਇੱਕ ਆਪਣੀ ਫੀਲਡ ਵਿੱਚ ਵਧੀਆ ਜਾ ਸਕਣ। ਹੁਣ ਇੱਕ ਬਹੁਤ ਦੇਰ ਤੋਂ ਡਿਮਾਂਡ ਆ ਰਹੀ ਸੀਗੀ ਕਿ MMM ਇੰਸਟੀਟਿਊਟ ਨੂੰ ਫੇਸ ਕਰਨਾ ਪੈ ਰਿਹਾ ਸੀ ਕਿ ਕਮਰਸ ਵਾਲੇ ਜਿਹੜੇ ਬੱਚੇ ਆ ਉਹ ਕਿਤੇ ਵੀ ਉਹਨਾਂ ਵਾਸਤੇ ਕੋਈ ਅਵੇਲੇਬਿਲਿਟੀ ਨਹੀਂ ਹੈ ਕਿ ਉਹਨਾਂ ਨੇ ਜੇ CA ਦਾ ਪੇਪਰ ਦੇਣਾ ਹੈ ਜਾਂ ਉਹਨਾਂ ਨੇ ਚਾਰਟਰਡ ਅਕਾਊਂਟੈਂਟ ਬਣਨਾ ਹੈ ਤਾਂ ਉਹਨੂੰ ਕਿੱਥੇ ਤਿਆਰੀ ਕਰਨ। ਤਾਂ ਬਹੁਤ ਦੇਰ ਦੀ ਜਿਹੜੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ MMM ਇੰਸਟੀਟਿਊਟ ਨੇ ਆਪਣੇ ਇੰਸਟੀਟਿਊਸ਼ਨ ਦੇ ਅੰਦਰ ਹੀ CA ਦੀ ਤਿਆਰੀ ਕਰਨ ਵਾਸਤੇ ਪੂਰੀ ਤਿਆਰੀ ਕਰ ਲਈ ਹੈ ਤੇ ਅੱਜ ਅਸੀਂ ਪਹੁੰਚੇ MMM ਇੰਸਟੀਟਿਊਟਸ ਤਾਂ ਗੱਲ ਕਰਦੇ ਹਾਂ MMM ਇੰਸਟੀਟਿਊਟ ਦੇ MD ਮਿਸਟਰ ਮਨੋਜ ਕਪੂਰ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ CA ਦਾ ਤੇ ਸਾਡੇ ਸ਼ਹਿਰ 'ਚ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਤਿਆਰੀ ਦਾ ਅਰੇਂਜਮੈਂਟ ਨਹੀਂ ਸੀਗਾ ਤੇ ਮੇਰੇ ਨਾਲ ਪ੍ਰੋਫੈਸਰ ਭਾਰਦਵਾਜ, ਪ੍ਰੋਫੈਸਰ ਕਪੂਰ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਮੈਡੀਕਲ ਨਾਨ ਮੈਡੀਕਲ ਦੇ ਨਾਲ ਨਾਲ ਇੱਕ ਬਹੁਤ ਪ੍ਰੋਮਿਸਿੰਗ ਬ੍ਰਾਂਚ ਹੈ ਤੇ ਬਹੁਤ ਪ੍ਰੋਗਰੈਸਿਵ ਹੈ ਤੇ ਕਿਉਂ ਨਾ ਇਹਦੀ ਕੋਸ਼ਿਸ਼ ਕੀਤੀ ਜਾਏ ਤੇ ਫਿਰ ਅਸੀਂ ਕਿਉਂਕਿ CA ਦੀ ਤਿਆਰੀ ਲਈ 4 ਸਬਜੈਕਟਸ ਦੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ 4 ਸਬਜੈਕਟ ਦੀ ਟੀਮ ਪਹਿਲਾਂ ਤਿਆਰ ਕੀਤੀ ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੰਡਰ ਵਨ ਰੂਫ CA ਐਂਟਰੈਂਸ ਟੈਸਟ ਦੇ ਚਾਰੋਂ ਸਬਜੈਕਟ ਦੀ ਅਸੀਂ ਤਿਆਰੀ ਕਰਵਾ ਸਕੀਏ ਤਾਂ ਕਿ ਕੋਈ ਬੱਚੇ ਨੂੰ ਇੱਕ ਅੱਧੇ ਸਬਜੈਕਟ ਕਰਕੇ ਵੀ ਲਾਸ ਨਾ ਹੋਵੇ ਔਰ ਬੱਚੇ ਐਂਟਰੈਂਸ ਟੈਸਟ ਕਲੀਅਰ ਕਰ ਕੇ ਦੇਸ਼ ਨੂੰ ਆਪਣੀ ਸੇਵਾ ਦੇ ਸਕਣ। ਸਰ ਜਿਹੜਾ ਜਿੱਦਾਂ ਕਿ ਤੁਸੀਂ ਇਸ ਸੈਸ਼ਨ ਦੇ ਵਿੱਚੋਂ ਹੀ ਪਹਿਲਾਂ ਕਮਰਸ ਹੁਣ ਸਟਾਰਟ ਕੀਤੀ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਕਹਿੰਦੇ ਸੀ ਕਿ ਸਾਨੂੰ ਵਧੀਆ ਕੋਚਿੰਗ ਨਹੀਂ ਮਿਲ ਪਾ ਰਹੀ, ਤਾਂ ਡਿਮਾਂਡ ਸਟੂਡੈਂਟਸ ਵੱਲੋਂ ਆਈ ਜਾਂ ਫਿਰ ਹੋਰ ਬਾਕੀ ਜਿਹੜੇ ਬਾਹਰਲੇ ਸਟੂਡੈਂਟਸ ਉਹਨਾਂ ਵੱਲੋਂ ਆਈ ਕਿ ਤੁਹਾਨੂੰ CA ਦੀ ਹੁਣ ਸ਼ੁਰੂ ਕਰਨੀ ਪਈ? ਦੇਖੋ ਡਿਮਾਂਡ ਤਾਂ ਸਟੂਡੈਂਟਸ ਵੱਲੋਂ ਹੀ ਆਉਂਦੀ ਹੈ, ਕਈ ਸਾਲ ਤੋਂ ਆ ਰਹੀ ਸੀ, ਪਰ ਮੇਨ ਗੱਲ ਹੈ ਕਿ ਜਦ ਤੱਕ ਟੀਮ ਪਰਫੈਕਟ ਨਾ ਹੋਵੇ ਤਦ ਤੱਕ ਕੰਮ ਕਰਨ ਦਾ ਮਜ਼ਾ ਨਹੀਂ ਹੈ। ਜਦੋਂ ਮੈਂ ਬਹੁਤ ਸੀਨੀਅਰ ਟੀਚਰ ਨੂੰ ਜਾ ਕੇ ਰਿਕੁਐਸਟ ਕੀਤੀ ਕਿ ਮੈਨੂੰ ਤੁਸੀਂ ਸਾਥ ਦਿਓ, ਸ਼ਹਿਰ ਦੇ ਬੱਚਿਆਂ ਨੂੰ ਤੁਹਾਡੀ ਜ਼ਰੂਰਟ ਹੈਗੀ ਹੈ ਤੇ ਜਦੋਂ ਉਹ ਐਗਰੀ ਕਰ ਗਏ ਤੇ ਉਹਦੇ ਬਾਅਦ ਅਸੀਂ ਕਾਮਰਸ ਸ਼ੁਰੂ ਕੀਤੀ। ਜਦੋਂ ਕਾਮਰਸ ਸ਼ੁਰੂ ਕੀਤੀ ਤੇ ਉਹ ਬੱਚੇ ਕਹਿਣਾ ਸ਼ੁਰੂ ਹੋ ਗਏ ਕਿ ਸਰ BCom ਤਾਂ ਅਸੀਂ ਕਰ ਲਾਂਗੇ ਜਾਂ +2 ਤਾਂ ਕਰ ਲਾਂਗੇ ਬਟ ਵਾਟ ਅਬਾਊਟ CA। ਫਿਰ ਮੈਂ ਟੀਚਰ ਨਾਲ ਦੁਬਾਰਾ ਫਿਰ ਰਿਕੁਐਸਟ ਕੀਤੀ ਕਿ ਬਈ ਅਸੀਂ ਕਿਉਂ ਨਾ ਪਲੈਨਿੰਗ ਕਰੀਏ ਕਿ ਬੱਚਿਆਂ ਨੂੰ ਕੁਛ ਐਕਸਟਰਾ ਕਲਾਸਿਸ ਲਗਾ ਕੇ 4 ਸਬਜੈਕਟ ਦਾ ਅਰੇਂਜਮੈਂਟ ਕਰਕੇ CA ਦੀ ਤਿਆਰੀ ਕਰਵਾਈ ਜਾਏ। ਤਾਂ ਫਿਰ ਉਹ ਕਿਉਂਕਿ ਬਹੁਤ ਸੀਨੀਅਰ ਟੀਚਰ ਹੈ ਤੇ ਮੇਰੇ ਬਰਥ ਤੋਂ ਪਹਿਲਾਂ ਦੇ ਪੜ੍ਹਾ ਰਹੇ ਹੈ ਤੇ ਉਹਨਾਂ ਨੇ ਫਿਰ ਇੱਕ ਪਲਾਨ ਤਿਆਰ ਕੀਤਾ ਕਿ ਨਹੀਂ ਅਸੀਂ ਐਕਸਟਰਾ ਟਾਈਮ ਦੇ ਕੇ ਬੱਚਿਆਂ ਨੂੰ ਉਹਨਾਂ ਨੂੰ CA ਦੀ ਤਿਆਰੀ ਕਰਵਾਵਾਂਗੇ ਤਾਂ ਕਿ ਉਹ ਪਹਿਲੀ ਗੋ 'ਚ ਹੀ CA ਕਲੀਅਰ ਕਰ ਲੈਣ। ਸਰ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਇੱਕ ਚੀਜ਼ ਦੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ ਕਿ CA ਦੀ ਤਿਆਰੀ ਵਾਸਤੇ ਜੋ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਕਿਸ ਤਰੀਕੇ ਦੀ ਕੋਚਿੰਗ ਜਿਹੜੀ ਆ ਉਹ ਦਿੱਤੀ ਜਾਊਗੀ ਕਿਉਂਕਿ ਉਹਨਾਂ ਨੂੰ ਬੜਾ ਫੇਸ ਕਰਨਾ ਪੈਂਦਾ ਕਿ ਸਟਾਫ ਕਿੱਦਾਂ ਦਾ ਹੋਊਗਾ ਕਿਉਂਕਿ ਅਸੀਂ ਜਿੰਨੇ ਵੀ ਤੁਹਾਡੇ ਨਾਲ ਦੇ ਸਟਾਫ ਮੈਂਬਰ ਜਿਹੜੇ ਮੈਡੀਕਲ ਕਰਾਉਂਦੇ ਨੇ, ਇੰਜੀਨੀਅਰ ਕਰਾਉਂਦੇ ਨੇ, ਇੰਨੇ ਜ਼ਿਆਦਾ ਫਰੈਂਡਲੀ ਬੱਚਿਆਂ ਨਾਲ ਹੁੰਦੇ ਨੇ, ਉਹ ਆਪਣੀ ਦਿਲ ਦੀ ਗੱਲ ਕਰਦੇ ਨੇ। ਤਾਂ ਹੁਣ ਜਿਹੜਾ ਅਗਲਾ ਸਟਾਫ ਆ ਰਿਹਾ CA ਦਾ ਉਹਦੇ ਬਾਰੇ ਕੁਛ ਗੱਲ ਕਰੋ। ਦੇਖੋ ਸਾਡੇ ਕੋਲ CA ਲਈ ਯੰਗਰ ਜਨਰੇਸ਼ਨ ਤੇ ਓਲਡਰ ਜਨਰੇਸ਼ਨ ਦਾ ਬਹੁਤ ਅੱਛਾ ਕੰਬੀਨੇਸ਼ਨ ਹੈ। ਸਾਡੇ ਕੋਲ ਜਿਹੜੇ ਸੀਨੀਅਰ ਮੋਸਟ ਟੀਚਰ ਹੈ ਪ੍ਰੋਫੈਸਰ ਭਾਰਦਵਾਜ ਤੇ ਪ੍ਰੋਫੈਸਰ ਕਪੂਰ, ਇਹਨਾਂ ਦਾ ਐਕਸਪੀਰੀਅੰਸ 40 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ ਤੇ 2 ਯੰਗ ਗਰਲਸ ਸਾਡੇ ਕੋਲ ਬਿਲਕੁਲ ਜਿਹਨਾਂ ਦਾ 2-2, 3-3 ਸਾਲ ਦਾ ਐਕਸਪੀਰੀਅੰਸ ਹੈ। ਸੋ ਇਹ ਇੱਕ ਆਈਡੀਅਲ ਕੰਬੀਨੇਸ਼ਨ ਹੈ ਜਿਹੜੇ ਬੱਚੇ ਦੀ ਸੋਚ ਤੇ ਇੱਕ ਐਕਸਪੀਰੀਅੰਸ ਦੋਨੋਂ ਰਲ ਕੇ ਬੱਚੇ ਨੂੰ ਹਰ ਤਰ੍ਹਾਂ ਮਦਦ ਕਰਨਗੇ। ਤੇ ਇਹ ਸੀਗੇ MD ਮਨੋਜ ਕਪੂਰ। ਤੇ ਹੁਣ ਗੱਲ ਕਰਦੇ ਹਾਂ ਇੱਕ ਬਹੁਤ ਹੀ ਪੁਰਾਣੇ, ਬਹੁਤ ਹੀ ਐਕਸਪੀਰੀਅੰਸ ਟੀਚਰ ਜਿਹੜੇ MMM ਦੇ ਵਿੱਚ ਬਹੁਤ ਟਾਈਮ ਤੋਂ ਪੜ੍ਹਾ ਰਹੇ ਨੇ, ਮਿਸਟਰ ਕਮਲ ਕਪੂਰ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਪਹਿਲਾਂ ਤਾਂ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਪਹਿਲਾਂ ਆਪਣੇ ਬਾਰੇ ਦੱਸੋ ਕਿ ਕਿੰਨਾ ਟਾਈਮ ਤੋਂ ਤੁਸੀਂ ਪੜ੍ਹਾ ਰਹੇ ਹੋ, ਕਿੰਨੀ ਦੇਰ ਤੋਂ ਤੁਸੀਂ ਕਿੰਨੇ ਸਾਰੇ ਬੱਚਿਆਂ ਨੂੰ ਪੜ੍ਹਾ ਚੁੱਕੇ ਹੋ? ਮੇਰਾ ਐਕਸਪੀਰੀਅੰਸ ਹੈਗਾ ਜੀ 38 ਸਾਲ ਤੋਂ ਜ਼ਿਆਦਾ ਦਾ। ਮੈਂ ਪਹਿਲੇ SD ਕਾਲਜ ਪੜ੍ਹਾਇਆ, ਉੱਥੇ ਵੀ ਅਸੀਂ ਕਾਮਰਸ, BCom, MCom, BA ਇਹਨਾਂ ਨੂੰ ਸਟੱਡੀ ਕਰਾਉਂਦੇ ਸੀਗੇ। ਫਿਰ ਹੁਣ ਇਸ ਸੈਸ਼ਨ ਤੋਂ MMM +1 +2 ਕਾਮਰਸ ਜਦੋਂ ਸ਼ੁਰੂ ਕੀਤੀ ਸਾਡੇ ਇੱਥੇ ਜੁਆਇਨ ਕੀਤਾ। ਇਹ ਪ੍ਰਿਵਿਲੇਜ ਹੈ ਸਾਡਾ ਕਿ ਅਸੀਂ ਇਸ ਰਿਪਿਊਟਡ ਇੰਸਟੀਚਿਊਟ ਨਾਲ ਜੁੜੇ ਹੋਏ ਹਾਂ।
ਸਰ ਹੁਣ ਨਵੇਂ ਬੱਚੇ ਆਉਣ ਜਾ ਰਹੇ ਨੇ, ਉਹਨਾਂ ਨੇ ਜਦੋਂ ਦੇਖਣਾ ਹੈ ਕਿ ਹੁਣ ਸੀਏ ਦੀ ਤਿਆਰੀ ਟ੍ਰਿਪਲ ਐਮ ਦੇ ਅੰਦਰ ਸ਼ੁਰੂ ਹੋ ਗਈ ਹੈ, ਤਾਂ ਹੁਣ ਕੀ ਇੱਕ ਆਬਜੈਕਟਿਵ ਤੇ ਕੀ ਮੋਟਿਵ ਲੈ ਕੇ ਹੁਣ ਚੱਲੂਗੇ? ਦੇਖੋ, ਆਬਜੈਕਟਿਵ ਇਹ ਹੈ ਕਿ ਸੀਏ ਦੀ ਜਿਹੜੀ ਸੀਪੀਟੀ ਦਾ ਐਂਟਰੈਂਸ ਟੈਸਟ ਹੈ ਨਾ, ਇਹਨੂੰ ਅਸੀਂ ਬੇਸਿਕਲੀ ਕਹਿੰਦੇ ਸੀਏ ਫਾਊਂਡੇਸ਼ਨ। ਔਰ ਸੀਏ ਫਾਊਂਡੇਸ਼ਨ ਦਾ ਜਿਸ ਬੱਚੇ ਨੇ ਵੀ +2 ਕਰ ਲਈ ਜਾਂ +2 'ਚ ਅਪੀਅਰ ਹੋਇਆ ਇਸ ਸਾਲ, ਉਹ ਜਾਂ ਉਹਦੇ ਤੋਂ ਪਹਿਲੇ ਦਾ, ਮੰਨ ਲਓ ਬੀਕਾਮ 1 'ਚ ਹੈ ਇਸ ਵਕਤ, ਉਹਦੇ ਮਨ 'ਚ ਆਉਂਦਾ ਕਿ ਵੀ ਮੈਂ ਸੀਏ ਕਰਨੀ ਹੈ, ਤਾਂ ਸੀਏ ਦੀ ਪ੍ਰੋਪਰ ਕੋਚਿੰਗ ਦੇ ਲਈ, ਉਹਦੀ ਸੀਪੀਟੀ ਦੀ ਨਹੀਂ, ਫਾਊਂਡੇਸ਼ਨ ਕੋਰਸ ਦੇ ਲਈ ਕੋਈ ਪ੍ਰੋਪਰ ਫੈਸਿਲਿਟੀਜ਼ ਇੱਥੇ ਐਗਜ਼ਿਸਟ ਨਹੀਂ ਸੀ ਕਰਦੀਆਂ। ਇਸ ਕਰਕੇ ਜਦ MD ਸਾਹਿਬ ਨਾਲ ਗੱਲ ਹੋਈ, ਆਪਣੇ ਕੁਲੀਗਸ ਨਾਲ ਗੱਲ ਹੋਈ, ਤਾਂ ਇਹ ਸੋਚਿਆ ਕਿ ਵੀ ਇਹ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਬੱਚਿਆਂ ਨੂੰ ਇੱਕੋ ਹੀ ਥਾਂ 'ਤੇ ਸਾਰੇ ਸਬਜੈਕਟ, ਇਹਨਾਂ ਨੂੰ 4 ਸਬਜੈਕਟ ਕਲੀਅਰ ਕਰਨੇ ਪੈਂਦੇ ਆ। ਔਰ ਉਹਦੇ 'ਚੋਂ 2 ਪੇਪਰ ਜਿਹੜੇ ਆ ਉਹ ਸਬਜੈਕਟਿਵ ਹੁੰਦੇ ਆ, 2 ਪੇਪਰ ਓਬਜੈਕਟਿਵ ਹੁੰਦੇ ਆ। ਸੋ ਅਸੀਂ ਉਸ ਲਿਹਾਜ਼ ਨਾਲ ਬੱਚਿਆਂ ਨੂੰ ਇੱਦਾਂ ਤਿਆਰੀ ਕਰਾਵਾਂਗੇ ਕਿ ਉਹਨਾਂ ਦੇ ਸਬਜੈਕਟਿਵ ਔਰ ਓਬਜੈਕਟਿਵ ਜਿਹੜੇ 4 ਪੇਪਰ ਹੈ ਉਹ ਇੱਕੋ ਅਟੈਂਪਟ ਹੀ ਕਲੀਅਰ ਹੋ ਜਾਣ। ਕਿਉਂਕਿ ਜਿਹੜੀ ਅਸੀਂ +2 ਨੂੰ ਵੀ ਤਿਆਰੀ ਕਰਾਉਂਦੇ ਹਾਂ, ਉਹ ਇਸੇ ਤਰੀਕੇ ਨਾਲ ਕਰਾਉਂਦੇ ਹਾਂ ਕਿ ਉਹਨਾਂ ਨੂੰ ਓਬਜੈਕਟਿਵ ਵੀ ਕਰਾਈਦੇ ਆ, ਸਬਜੈਕਟਿਵ ਵੀ ਕਰਾਈਦੇ, ਸੋ ਦੈਟ ਕਿ ਉਹਨਾਂ ਨੂੰ ਅੱਗੇ ਆਉਣ ਕੰਪੀਟੀਸ਼ਨ ਫੇਸ ਕਰਨ 'ਚ ਕੋਈ ਮੁਸ਼ਕਿਲ ਨਾ ਹੋਵੇ। ਸਰ ਜਿਹੜੇ ਬੱਚੇ ਹਜੇ 10th ਵਿੱਚ ਹੈ, ਬਹੁਤ ਸੁਪਨਾ ਕਿਸੇ ਦਾ ਬਣ ਜਾਂਦਾ ਹੈ ਕਿ ਮੈਂ ਸੀਏ ਬਣਨਾ, ਤਾਂ ਉਹਨਾਂ ਲਈ ਤੁਹਾਡੀ ਕੀ ਸਲਾਹ ਹੋਗੀ ਕਿ ਉਹ ਹੁਣੇ ਹੀ 10th ਦੇ ਤੋਂ ਹੀ ਕੀ ਤਿਆਰੀ ਕਰਨੀ ਸ਼ੁਰੂ ਕਰਨ ਕਿ ਉਹ ਸੀਏ ਬਣ ਸਕਣ? ਦੇਖੋ, ਇਹ ਜਿਹੜਾ ਫਾਊਂਡੇਸ਼ਨ ਕੋਰਸ ਹੈ ਨਾ, ਇਹਦੇ 'ਚ ਜਦੋਂ ਬੱਚਾ 10ਵੀਂ ਕਰ ਲੈਂਦਾ, ਇਹ ਉਦੋਂ ਹੀ ਐਲੀਜੀਬਲ ਹੋ ਜਾਂਦਾ ਰਜਿਸਟ੍ਰੇਸ਼ਨ ਕਰਾਉਣ ਦੇ ਲਈ। ਕਿਉਂਕਿ ਜਿਹੜੀ ਇੰਸਟੀਚਿਊਟ ਹੈ ਚਾਰਟਰਡ ਅਕਾਊਂਟੈਂਟ ਦਾ, ਉਹਦੇ ਨਾਲ ਰਜਿਸਟ੍ਰੇਸ਼ਨ ਜਿਹੜੀ ਉਹ 3 ਸਾਲ ਲਈ ਰਹਿੰਦੀ ਹੈ। ਸੋ 10ਵੀਂ ਕਰ ਲਵੇ, 10ਵੀਂ ਤੋਂ ਬਾਅਦ ਹੀ ਇੱਧਰ ਪਲਾਨ ਕਰ ਲਵੇ, ਔਰ +1 +2 ਕਰਦੇ ਕਰਦੇ ਉਹ ਆਪਣੀ CPT CA ਵੀ ਕਰ ਲਊਗਾ ਨਾਲ ਫਾਊਂਡੇਸ਼ਨ ਕੋਰਸ। ਔਰ ਫਾਊਂਡੇਸ਼ਨ ਕੋਰਸ ਤੋਂ ਬਾਅਦ ਉਹ ਡਾਇਰੈਕਟ CA ਕਰ ਸਕਦਾ। ਉਹਦੇ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇ ਨਾ ਕਰੇ ਉਹਦੀ ਮਰਜ਼ੀ ਹੈ, ਉਹ ਕਰਨਾ ਤਾਂ BCom ਕਰੇ, ਜੋ ਵੀ ਕਰਨਾ ਉਹਨੇ ਉਹ ਨਾਲ ਉਹਦੇ ਕਰ ਸਕਦਾ। ਬਟ ਫਾਊਂਡੇਸ਼ਨ ਕੋਰਸ ਜੇ ਕਲੀਅਰ ਕਰ ਲਿਆ, ਫਿਰ ਉਹਦੀ ਐਡਮਿਸ਼ਨ CA 'ਚ ਡਾਇਰੈਕਟ ਹੋ ਜਾਂਦੀ ਹੈ। ਇਹ ਸਨ ਸਾਡੇ ਨਾਲ ਪ੍ਰੋਫੈਸਰ ਕਮਲ ਕਪੂਰ ਜੀ। ਤੇ ਹੁਣ ਗੱਲ ਕਰਦੇ ਹਾਂ ਅਗਲੇ ਪ੍ਰੋਫੈਸਰ। ਜਿਵੇਂ ਕਿ ਉਹਨਾਂ ਨੇ ਦੱਸਿਆ ਕਮਲ ਕਪੂਰ ਜੀ ਨੇ ਕਿ ਜਿਹੜੇ ਅਲੱਗ-ਅਲੱਗ ਟੀਚਰਸ ਨੇ ਉਹ ਹੁਣ ਪੜ੍ਹਾਉਣਗੇ, ਤਾਂ ਹੁਣ ਅਗਲੀ ਵਾਰੀ ਹੈ ਸੁਰੇਸ਼ ਭਾਰਦਵਾਜ, ਜਿਹੜੇ ਕਿ ਬਹੁਤ ਹੀ ਐਕਸਪੀਰੀਅੰਸ, ਬਹੁਤ ਟਾਈਮ ਹੋ ਗਿਆ ਕਿ ਇੱਕ ਟਾਈਮ ਜਿਹੜਾ ਨਾ ਬੰਦੇ ਨੂੰ ਇੰਨਾ ਐਕਸਪੀਰੀਅੰਸ ਕਰ ਦਿੰਦਾ ਹੈ, ਮੈਚਿਓਰ ਬਣਾ ਦਿੰਦਾ ਹੈ ਕਿ ਉਹ ਅੱਗੇ ਜਿਹੜਾ ਬੱਚਾ ਹੈ ਨਾ ਉਹਨੂੰ ਵੀ ਆਪਣੇ ਵਰਗਾ ਇੱਕ ਬਹੁਤ ਹੀ ਗੁਣਵਾਨ ਬੰਦਾ ਬਣਾ ਦਿੰਦਾ। ਤੇ ਆਓ ਗੱਲ ਕਰਦੇ ਹਾਂ ਪ੍ਰੋਫੈਸਰ ਸੁਰੇਸ਼ ਭਾਰਦਵਾਜ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਹੁਣ ਨਵੇਂ ਬੱਚੇ ਆਉਣ ਜਾ ਰਹੇ ਨੇ, ਇੱਕ ਨਵਾਂ ਦੌਰ ਸ਼ੁਰੂ ਕਰਤਾ ਤੁਸੀਂ ਸੀਏ ਦਾ ਇੱਕ ਸ਼ਹਿਰ ਦੇ ਅੰਦਰ। ਮਿਲਟਰੀ ਵਾਲੇ ਬਹੁਤ ਜਾਂਦੇ ਸੀ, ਇੰਜੀਨੀਅਰਸ ਬਹੁਤ ਜਾਂਦੇ ਸੀ, ਪਰ ਸੀਏ ਦੇ ਕਿਤੇ ਕਮੀ ਰਹਿ ਜਾਂਦੀ ਸੀ ਕਿਉਂਕਿ ਪੜ੍ਹਾਉਣ ਵਾਲੇ ਨਹੀਂ ਸੀਗੇ, ਕਿਉਂਕਿ ਕਿਤੇ ਇਕੱਠੇ ਨਹੀਂ ਮਿਲਦੇ। ਫਿਰ ਬੱਚਿਆਂ ਨੂੰ ਆਨਲਾਈਨ ਜਾਣਾ ਪੈਂਦਾ ਕਿ ਆਨਲਾਈਨ ਨੋਟਸ ਡਾਊਨਲੋਡ ਕਰੀਏ, ਉੱਥੋਂ ਤਿਆਰੀ ਕਰੀਏ। ਤਾਂ ਹੁਣ ਇੱਕ ਜਗ੍ਹਾ ਮਿਲ ਗਿਆ, ਤਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਐਕਚੁਅਲੀ ਕਿਹਾ ਕਿ ਜਿਹੜਾ ਸੀਏ ਫਾਊਂਡੇਸ਼ਨ ਹੈਗਾ, ਜਿਹਨੂੰ ਅਸੀਂ CPT ਕਹਿੰਦੇ ਹਾਂ, ਕਾਮਨ ਪ੍ਰੋਫੀਸ਼ੀਐਂਸੀ ਟੈਸਟ, ਇਹ ਕਾਫੀ ਟਾਈਮ ਤੋਂ ਚੱਲਦਾ ਹੈ ਔਰ ਇਸ ਦੇ ਐਡਵਾਂਟੇਜਸ ਹੈਗੇ। ਜਿਸਨੇ ਵੀ ਸੀਏ ਕਰਨੀ ਹੈ, ਔਰ ਸੀਏ ਕਰਨ ਦੇ ਨਾਲ ਮੈਂ ਇੱਕ ਗੱਲ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਕਿ ਸੀਏ ਕਰਕੇ ਸਿਰਫ ਇਹ ਨਹੀਂ ਕਿ ਸਿਰਫ ਅਸੀਂ ਆਡਿਟ ਹੀ ਕਰਨੀ ਹੈ ਪ੍ਰਾਈਵੇਟ। ਸੀਏ ਕਰਕੇ ਕੰਪਨੀ ਦੇ ਵਿੱਚ ਵੀ ਜੌਬ ਮਿਲ ਜਾਂਦੀ ਹੈ, ਕੰਪਨੀਜ਼ ਦੇ ਵਿੱਚ ਰਾਦਰ ਆਡੀਟਰਸ ਦੀਆਂ ਫਰਮਸ ਹੈਗੀਆਂ ਵੈਰੀ ਵੈਰੀ ਪ੍ਰੋਮੀਨੈਂਟ। ਅਗਰ ਕੋਈ ਦੇਖਣਾ ਚਾਹਵੇ ਗੂਗਲ 'ਚ ਸਰਚ ਕਰ ਸਕਦਾ, ਡੈਲੋਇਟ, KPMG, ਅਰਨੈਸਟ ਐਂਡ ਯੰਗ, ਬਹੁਤ ਅੱਛੀਆਂ ਰਿਪਿਊਟਡ ਕੰਪਨੀਜ਼ ਹੈਗੀਆਂ ਜਿਹੜੇ ਕਿ ਉਹ ਸੀਏ ਤੋਂ ਉਹ ਫਰਮਸ ਹੈਗੀਆਂ, ਸੀਏ ਨੂੰ ਉਹ ਰਿਕਰੂਟ ਕਰਦੀਆਂ। ਕੰਪਨੀ ਦੇ ਵਿੱਚ ਸੀਏ ਦੀ ਜ਼ਰੂਰਤ ਹੁੰਦੀ ਹੈਗੀ। ਈਵਨ ਜਿਹੜਾ ਕੋਈ ਚਾਰਟਰਡ ਅਕਾਊਂਟੈਂਟ, ਸਾਡਾ ਜਿਹੜਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਹੈਗਾ, ਪ੍ਰੋਮੀਨੈਂਟ ਹੈ ਵਰਲਡ ਦੇ ਵਿੱਚ, ਇਹਦੀ ਰਿਕੋਗਨੀਸ਼ਨ ਹੈਗੀ ਹੈ। ਕੁਝ ਬੱਚੇ ਸੀਏ ਦੇ ਜੈਸੇ 4 ਗਰੁੱਪ ਹੁੰਦੇ ਆ ਆਮ ਤੌਰ 'ਤੇ, ਲੋਕ ਜਿਹੜੇ ਸੀਏ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਹੁੰਦਾ। 4 'ਚੋਂ ਅਗਰ ਕਿਸੇ ਨੇ 2 ਗਰੁੱਪ ਵੀ ਕੀਤੇ ਹੈਗੇ ਆ, ਉਹ ਵੀ ਅਕਾਊਂਟਿੰਗ ਦਾ ਕੰਮ ਕਰ ਸਕਦਾ। ਇੰਡੀਆ ਦੇ ਵਿੱਚ ਤਾਂ ਡਿਮਾਂਡ ਹੈ ਹੀ ਹੈ, ਲੇਕਿਨ ਉਸ ਤੋਂ ਇਲਾਵਾ ਤੁਸੀਂ USA ਜਾਣਾ, ਤੁਸੀਂ ਕੈਨੇਡਾ ਜਾਣਾ, ਤੁਸੀਂ ਆਸਟ੍ਰੇਲੀਆ ਜਾਣਾ, UK ਜਾਣਾ, ਉੱਥੇ ਵੀ ਦੀ ਰਿਕੋਗਨੀਸ਼ਨ ਆ, ਅੱਛਾ ਕੰਮ ਕਰ ਸਕਦੇ ਹੈਗੇ, ਅੱਛੀ ਵੈਲਿਊ ਹੁੰਦੀ ਹੈ। ਔਰ ਜਿਹਨੇ ਅੱਜ ਦੇ ਟਾਈਮ ਦੇ ਵਿੱਚ, ਤਾਂ ਅੱਜ ਦੇ ਟਾਈਮ ਕਿਹਾ ਉਸ ਤੋਂ ਪਹਿਲੇ ਵੀ ਸੀਏ ਦੀ ਬਹੁਤ ਜ਼ਿਆਦਾ ਵੈਲਿਊ ਹੈਗੀ ਹੈ। ਸੀਏ ਜਿਹੜੀਆਂ ਰੇਟਿੰਗ ਕੰਪਨੀਜ਼ ਹੈਗੀਆਂ,
ਅਗਰ ਕੋਈ ਦੇਖੇ ਸਟੈਂਡਰਡ ਐਂਡ ਪੂਅਰ ਵਰਲਡ ਦੀ ਨੰਬਰ 1 ਰੇਟਿੰਗ ਏਜੰਸੀ, ਫਿਚ ਇੰਡੀਆ ਦੇ ਵਿੱਚ ਹੈਗੀ, ਕੇਅਰ, ਕ੍ਰਿਸਲ, ਇਹ ਜਿਹੜੀਆਂ ਰੇਟਿੰਗ ਏਜੰਸੀਜ਼ ਹੈਗੀਆਂ, ਇਹ ਕਿਸੇ ਨੇ ਲੋਨ ਲੈਣਾ, ਕਿਸੇ ਕੰਪਨੀ ਦਾ ਕਿਹਾ ਕਿ ਫਿਊਚਰ ਹੈਗਾ, ਕਿਸੇ ਕੰਪਨੀ ਨੇ ਡਿਵੈਂਚਰਸ ਇਸ਼ੂ ਕਰਨੇ ਹੈਗੇ ਆ, ਉਹ ਰੇਟਿੰਗ ਏਜੰਸੀਜ਼ ਦੱਸਦੇ ਹੈਗੇ। ਉਹਦੇ ਵਿੱਚ ਕੌਣ ਇੰਪਲੋਈ ਹੁੰਦੇ ਆ? ਚਾਰਟਰਡ ਅਕਾਊਂਟੈਂਟਸ। ਮੋਰਓਵਰ ਚਾਰਟਰਡ ਸੀਏ ਦੇ ਚਾਰਟਰਡ ਅਕਾਊਂਟੈਂਟ ਦੇ ਨਾਲ CS ਕੰਪਨੀ ਸੈਕਟਰੀਸ਼ਿਪ। ਸਾਡੇ ਇੱਥੇ ਜਿਹੜੇ ਮੇਨ ਇੰਡਸਟਰੀ ਟਰੈਕਟਰਸ ਦੀ ਜਾਂ ਕੁਝ ਵੀ ਹੈਗੇ ਆ, ਉੱਥੇ ਜਿਹੜੇ ਵੀ CA ਕੀਤੀ ਹੋਈ ਹੈ, ਜਿਨ੍ਹਾਂ ਨੇ CS ਕੀਤੀ ਹੋਈ ਹੈਗੀ ਆ, ਦੇ ਆਰ ਫਰੋਮ ਆਰ ਇੰਸਟੀਟਿਊਸ਼ਨ, ਮਤਲਬ ਕਿ ਜਿਹੜੀ ਮੇਰੀ ਪ੍ਰੀਵੀਅਸ ਇੰਸਟੀਟਿਊਸ਼ਨ ਸੀ ਉੱਥੋਂ ਹੈਗੇ ਆ। ਤੋ CA ਅਗਰ ਕਿਸੇ ਨੇ ਕਰਨੀ ਹੈ ਤਾਂ ਉਹਦੇ ਵਿੱਚ ਕੀ ਹੈਗਾ ਕਿ ਫਾਊਂਡੇਸ਼ਨ ਕੋਰਸ ਕਰ ਲੈਣ। ਔਰ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੇ +1 +2 ਕਾਮਰਸ ਕੀਤੀ ਉਹੀ ਇਹਦੇ ਵਿੱਚ ਆ ਸਕਦੇ ਆ। ਆਰਟਸ ਵਾਲੇ, ਸਾਇੰਸ ਵਾਲੇ ਬੱਚੇ ਅਗਰ ਉਹਨਾਂ ਦਾ ਲੱਗਦਾ ਕਿ ਸਾਡੇ ਗੁੱਡ ਐਵੇਨਿਊਜ਼ ਹੈਗੇ ਆ ਤਾਂ ਉਹਦੇ ਵਿੱਚ ਜੁਆਇਨ ਕਰ ਸਕਦੇ ਹੈਗੇ। ਜਿਹੜੇ ਇਸ ਵਾਰ ਮਾਰਚ 2022 ਦੇ ਵਿੱਚ ਅਪੀਅਰ ਹੋ ਰਹੇ ਆ +2 ਦੇ ਵਿੱਚ, ਦੇ ਆਰ ਐਲੀਜੀਬਲ CA ਫਾਊਂਡੇਸ਼ਨ ਵਾਸਤੇ, ਜਿਹੜਾ ਕਿ ਜੂਨ 'ਚ ਟੈਸਟ ਹੋਣਾ ਹੈ। ਪਰ ਉਹਦੇ ਲਈ ਇੱਕ ਜ਼ਰੂਰੀ ਹੈਗੀ ਕਿ ਉਹਦੀ ਰਜਿਸਟ੍ਰੇਸ਼ਨ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਦੇ ਕੋਲ 1 ਜਨਵਰੀ 2022 ਤੱਕ ਕਰਵਾਉਣੀ ਪੈਣੀ ਹੈ। ਇਸ ਕਰਕੇ ਅਸੀਂ ਇਹ ਕੋਸ਼ਿਸ਼ ਕਰਦੇ ਪਏ ਹੈਗੇ ਕਿ ਜਿਹੜੇ ਵੀ ਬੱਚੇ ਸਾਡੇ ਨਾਲ ਕੋਈ ਕੰਟੈਕਟ ਕਰੂਗੇ, ਅਸੀਂ ਉਹਨੂੰ ਕਹਾਂਗੇ ਫਸਟ ਆਫ ਆਲ ਦੇ ਸ਼ੁੱਡ ਗੈਟ ਅ ਰਜਿਸਟ੍ਰੇਸ਼ਨ ਵਿਦ ਦ ਇੰਸਟੀਟਿਊਟ। 1500 ਰੁਪਏ ਦੀ ਐਗਜ਼ਾਮੀਨੇਸ਼ਨ ਫੀਸ ਹੈਗੀ ਹੈ, ਰਜਿਸਟ੍ਰੇਸ਼ਨ ਉਹ ਕਰਵਾ ਸਕਦੇ ਹੈਗੇ। ਰਜਿਸਟ੍ਰੇਸ਼ਨ 3 ਸਾਲ ਲਈ ਵੈਲਿਡ ਹੁੰਦੀ ਹੈ, ਤਾਂ ਕਰਵਾਉਣੀ ਉਹਨੂੰ ਚਾਹੀਦੀ ਹੈਗੀ ਹੈ ਜਿਹੜੇ +2 ਦੇ ਸਟੂਡੈਂਟ ਆ ਜਾਂ ਜਿਨ੍ਹਾਂ ਨੇ BCom BA BSc ਕੁਝ ਵੀ ਕੀਤੇ ਹੈਗੇ, ਉਹ ਆ ਸਕਦੇ ਹੈਗੇ। ਤੇ ਦੇਰ ਇਜ਼ ਐਂਪਲ ਸਕੋਪ ਫਾਰ ਚਾਰਟਰਡ ਅਕਾਊਂਟੈਂਟਸ, ਉਹ ਨਾਟ ਓਨਲੀ ਇਨ ਇੰਡੀਆ, ਐਵਰੀਵੇਅਰ। ਔਰ ਅਸੀਂ ਇਸ ਇੰਸਟੀਚਿਊਟ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੈਗੀ ਕਿ ਅਸੀਂ ਕੰਪੀਟੀਟਿਵ ਐਜ ਦੇਵਾਂਗੇ ਬੱਚਿਆਂ ਨੂੰ, ਅਸੀਂ ਉਸ ਲੈਵਲ 'ਤੇ ਲਿਆਵਾਂਗੇ ਜਿਹੜੀ ਕਿ ਉਹਨਾਂ ਨੂੰ ਐਜੂਕੇਸ਼ਨ ਮਿਲਦੀ ਹੈਗੀ ਚੰਡੀਗੜ੍ਹ ਜਾਂ ਦਿੱਲੀ ਦੇ ਵਿੱਚ। ਉਹ ਸਾਡੀ ਕੋਸ਼ਿਸ਼ ਹੈਗੀ ਹੈ। ਅਤੇ ਮਨੋਜ ਕਪੂਰ ਸਰ ਦਾ ਇੱਕ ਵਿਜ਼ਨ ਸੀਗਾ ਕਿ ਅਸੀਂ ਇਸ ਫੀਲਡ ਨੂੰ ਵੀ ਸਕਸੈਸਫੁਲ ਬਣਾਈਏ, ਤਾਂ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਇਸ ਨੂੰ ਅੱਛੇ ਤਰੀਕੇ ਨਾਲ ਚਲਾਵਾਂਗੇ। ਸਰ ਇੱਕ ਹੋਰ ਕੁਐਸਚਨ ਹੈ ਕਿ ਜਿਹੜਾ ਪੇਪਰ ਹੈ ਉਹ ਜਿੱਦਾਂ ਤੁਸੀਂ ਦੱਸਿਆ ਜੂਨ ਵਿੱਚ ਹੁੰਦਾ ਹੈ, ਕਿ ਇਹ ਸਾਲ ਵਿੱਚ ਇੱਕ ਵਾਰੀ ਹੁੰਦਾ ਜਾਂ ਇਹ 2 ਵਾਰੀ ਵੀ ਕੰਡਕਟ ਕਰਾਇਆ ਜਾਂਦਾ? ਇਹ ਆਲਵੇਜ਼ ਸਾਲ 'ਚ 2 ਟਾਈਮਸ ਹੁੰਦਾ, ਮਈ ਐਂਡ ਜਾਂ ਜੂਨ 'ਚ। ਨਾਰਮਲੀ ਜੂਨ 'ਚ ਹੀ ਹੁੰਦੇ ਹੈਗੇ 4 ਪੇਪਰ, ਔਰ ਦੂਸਰਾ ਹੁੰਦਾ ਹੈਗਾ ਦਸੰਬਰ 'ਚ, ਮਤਲਬ ਕਿ ਟਵਾਈਸ ਅ ਈਅਰ, ਜੂਨ 'ਚ ਔਰ ਦਸੰਬਰ 'ਚ। ਹੁਣ 24 ਜੂਨ ਨੂੰ ਲਾਸਟ ਪੇਪਰ ਹੈਗਾ ਉਹਨਾਂ ਦਾ। ਔਰ ਇਹਦੇ ਵਿੱਚ ਇਹ ਹੈਗਾ ਕਿ ਜਿਹੜੇ ਮੇਨ ਸਬਜੈਕਟ ਹੈਗੇ, ਜਿਸ ਤਰ੍ਹਾਂ ਅਕਾਊਂਟੈਂਸੀ ਦਾ ਹੈਗਾ, ਬਿਜ਼ਨਸ ਲਾਅ ਦਾ ਹੈਗਾ। ਬਿਜ਼ਨਸ ਲਾਅ ਦੇ ਵਿੱਚ ਮੇਨ ਕਮਰਸ਼ੀਅਲ ਲਾਅ ਹੁੰਦਾ, ਔਰ ਇਕਨੋਮਿਕਸ ਔਰ ਸਟੈਟਿਸਟਿਕਸ। ਇਹਨਾਂ ਦਾ ਵੈਸੇ ਵੀ ਫਾਇਦਾ ਹੈਗਾ, ਜਿਹਨੇ ਕਿਸੇ ਅੱਗੇ ਕੰਪੀਟੀਸ਼ਨ ਲਈ ਪੇਪਰ ਦੇਣੇ ਹੈਗੇ, ਕੰਪੀਟੀਸ਼ਨ ਦੀ ਤਿਆਰੀ ਕਰਨੀ ਹੈਗੀ ਆ, ਉਹਨੇ ਇਹ ਪੇਪਰ ਪੜ੍ਹੇ ਹੋਏ ਤਾਂ ਉਹਨੂੰ ਇੱਕ ਟਰੈਕ ਮਿਲ ਜਾਂਦਾ ਹੈਗਾ ਕਿ ਮੈਂ ਇਸ ਤਰ੍ਹਾਂ ਪੜ੍ਹਨਾ ਹੈ, ਇਸ ਤਰ੍ਹਾਂ ਅਸੀਂ ਕਰਨਾ ਹੈਗਾ। ਔਰ ਅਸੀਂ ਤਿਆਰੀ ਕਰਾਵਾਂਗੇ ਸਾਰੀ, ਜਿਹੜਾ ਕਿ ਕੰਪਿਊਟਰ ਬੇਸਡ ਵੀ ਹੋਏਗਾ, ਔਰ ਸਾਡੀ ਪ੍ਰੈਕਟੀਕਲ ਵੀ ਅਸੀਂ ਉਹਨਾਂ ਨੂੰ ਕਰਾਵਾਂਗੇ, ਟੈਸਟ ਵੀ ਲਵਾਂਗੇ, ਸੋ ਦੈਟ ਸਾਡੀ ਕੋਸ਼ਿਸ਼ ਹੋਏਗੀ ਕਿ ਫਸਟ ਅਟੈਂਪਟ ਦੇ ਵਿੱਚ ਹੀ ਬੱਚਾ ਕਲੀਅਰ ਹੋ ਜਾਏ, ਤਾਂ ਕਿ ਉਹਦੇ ਅੱਗੇ ਸਾਲ ਬਚ ਜਾਣ। ਵੈਸੇ ਤਾਂ CA ਕਰਨ ਲਈ 3 ਸਾਲ ਲੱਗਦੇ ਆ, CPT ਕਰਕੇ ਅਗਰ ਉਹ 3 ਸਾਲ 'ਚ CA ਕਰ ਜਾਂਦਾ ਹੈਗਾ, ਕਾਮਯਾਬ ਹੋ ਜਾਂਦਾ ਹੈਗਾ, ਤਾਂ ਅਰਲੀ ਏਜ ਦੇ ਵਿੱਚ ਸਕਸੈਸ ਲੈ ਸਕਦਾ। ਔਰ ਅੱਜ ਦੇ ਟਾਈਮ ਦੇ ਵਿੱਚ ਅਗਰ ਮੈਂ ਤਾਂ ਸਭ ਨੂੰ ਇਹ ਕਹਿਣਾ ਚਾਹੂੰਗਾ ਕਿ ਅਗਰ ਤੁਸੀਂ ਦੇਖੋ ਤਾਂ ਜਿੰਨਾ ਵੀ ਕਾਰਪੋਰੇਟ ਸੈਕਟਰ ਹੈਗਾ ਨਾ, ਜਿੰਨੇ ਵੀ ਯੰਗ ਬੱਚੇ ਹੈਗੇ ਜਿਹੜੇ MD ਵਗੈਰਾ ਬਣਦੇ ਪਏ ਹੈਗੇ, ਉਹ ਛੋਟੀ ਏਜ ਦੇ 35 40 ਸਾਲ ਦੇ। ਔਰ ਆ ਜਿਹੜੇ ਸਾਡੇ ਪਿਚਾਈ ਹੈਗਾ, ਸੁੰਦਰ ਪਿਚਾਈ, ਸਾਡੇ ਜੋ ਵੀ ਬੜੀ ਕੰਪਨੀ ਹੈਗੇ USA ਦੇ ਵਿੱਚ, ਉਹਨਾਂ ਦਾ ਬੇਸ ਇੰਡੀਆ 'ਚ ਆ, ਕਿਉਂਕਿ ਅਸੀਂ ਇੰਡੀਅਨ ਹਾਰਡ ਵਰਕਰ ਹੈਗੇ ਹਾਂ। ਲੇਕਿਨ ਸਾਨੂੰ ਇੱਕ ਅੱਛਾ ਪਲੇਟਫਾਰਮ ਚਾਹੀਦਾ, ਉਹ ਅਸੀਂ ਪਲੇਟਫਾਰਮ ਅਸੀਂ ਬੱਚਿਆਂ ਨੂੰ ਇੱਥੇ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਸਨ ਸਾਡੇ ਨਾਲ ਪ੍ਰੋਫੈਸਰ ਸੁਰੇਸ਼ ਭਾਰਦਵਾਜ, ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਸਾਰਾ ਕੁਝ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਿਹੜੀ ਕਿ ਇੱਕ ਜ਼ਰੂਰੀ ਹੈ ਇੱਕ ਬੱਚੇ ਵਾਸਤੇ। ਤਾਂ ਹੁਣ ਸਾਡੇ ਨਾਲ ਅੱਗੇ ਨੇ ਨੇਹਾ ਚੋਪੜਾ, ਜੋ ਕਿ ਹੁਣ ਜਿਹੜੇ ਤੀਜੇ ਟੀਚਰ ਨੇ ਜਿਹੜੇ ਪੜ੍ਹਾਉਣਗੇ CA ਸਟੂਡੈਂਟਸ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹੁਣ ਨਵੇਂ ਸਟੂਡੈਂਟਸ ਆ ਰਹੇ ਨੇ, ਪਹਿਲਾਂ ਤਾਂ ਉਹਨਾਂ ਨੂੰ ਆਪਣੀ ਇੰਟਰੋਡਕਸ਼ਨ ਦਿਓ ਕਿ ਤੁਸੀਂ ਕਿੰਨੇ ਕੈਪੇਬਲ ਹੋ ਕਿ ਉਹ ਹੁਣ ਤੁਹਾਡੇ ਕੋਲ ਆਉਣ ਤੇ ਗਾਈਡੈਂਸ ਲੈਣ।
ਸਰ ਫਸਟ ਆਫ ਆਲ ਮੇਰਾ 4 ਈਅਰ ਦਾ ਐਕਸਪੀਰੀਅੰਸ ਹੈ, ਜਿਹਦੇ ਵਿੱਚ ਮੈਂ 2 ਸਾਲ ਕਾਲਜ ਪੜ੍ਹਾਇਆ ਹੈ ਅਤੇ 2 ਸਾਲ CBSE ਸਕੂਲ ਵਿੱਚ ਪੜ੍ਹਾਇਆ ਹੈ। ਅਤੇ ਕਾਲਜ ਦੇ ਬੱਚਿਆਂ ਦਾ ਨੂੰ ਪੜ੍ਹਾਉਣ ਦਾ ਐਕਸਪੀਰੀਅੰਸ ਵੀ ਹੈ ਅਤੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਐਕਸਪੀਰੀਅੰਸ ਵੀ ਹੈ। ਸੋ ਹੁਣ 1 ਸਾਲ ਤੋਂ ਵੈਸੇ ਅਸੀਂ ਸੈਸ਼ਨ ਤੋਂ ਵੀ ਇੱਥੇ ਪੜ੍ਹਾ ਰਹੇ ਹਾਂ, ਕਾਫੀ ਐਕਸਪੀਰੀਅੰਸ ਗੇਨ ਹੋ ਰਿਹਾ ਹੈ। ਬਾਕੀ CPT ਜਿਹੜਾ ਹੁਣ ਸਟਾਰਟ ਹੋ ਰਿਹਾ ਹੈ, ਉਹ ਵੀ ਬੱਚੇ ਲਈ ਇੱਕ ਬਹੁਤ ਅੱਛਾ ਪਲੈਟਫਾਰਮ ਹੈ, ਕਿਉਂਕਿ ਜਿੰਨਾ ਵੀ ਮੈਂ ਬੱਚਿਆਂ ਨਾਲ ਗੱਲਬਾਤ ਕਰਦੀ ਹਾਂ ਤਾਂ ਮੈਨੂੰ ਇੱਕ ਚੀਜ਼ ਬੱਚਿਆਂ ਤੋਂ ਪਤਾ ਲੱਗਦੀ ਹੈ ਕਿ ਹੁਸ਼ਿਆਰਪੁਰ ਵਿੱਚ ਨਾ ਮੈਡੀਕਲ ਔਰ ਨਾਨ ਮੈਡੀਕਲ ਦੇ ਬੱਚਿਆਂ ਲਈ ਬਹੁਤ ਅੱਛਾ ਸਕੋਪ ਹੈ। ਜਿਵੇਂ MMM ਵਿੱਚ ਨੀਟ ਔਰ JEE ਦੀ ਤਿਆਰੀ ਕਰਵਾਈ ਜਾਂਦੀ ਸੀ, ਬਟ ਕਾਮਰਸ ਦੇ ਬੱਚਿਆਂ ਲਈ ਅੱਗੇ ਕੋਚਿੰਗ ਲਈ ਕੋਈ ਸਕੋਪ ਨਹੀਂ ਸੀ, ਜਿਹਦੇ ਕਰਕੇ ਕੁਝ ਬੱਚੇ ਜਿਹੜੇ 10th ਦੇ ਸੀ ਉਹਨਾਂ ਨੇ ਕਾਮਰਸ ਜੁਆਇਨ ਕਰਨੀ ਹੁੰਦੀ ਸੀ, ਅੱਗੇ CA ਦਾ ਸੁਪਨਾ ਦੇਖਿਆ ਹੁੰਦਾ ਸੀ, ਬਟ ਉਹਨਾਂ ਨੂੰ ਹੁਸ਼ਿਆਰਪੁਰ ਵਿੱਚ ਇੱਕ ਪਲੇਸ ਕੋਚਿੰਗ ਨਹੀਂ ਮਿਲ ਰਹੀ ਸੀ। ਜਿਹਦੇ ਕਰਕੇ ਹੁਣ ਮਨੋਜ ਕਪੂਰ ਸਰ ਨੇ ਇਹ ਇਨੀਸ਼ੀਏਟਿਵ ਸਟਾਰਟ ਕੀਤਾ ਹੈ, ਜਿਸ ਨਾਲ ਹੁਸ਼ਿਆਰਪੁਰ ਵਿੱਚ ਜੋ ਬੱਚੇ CA ਬਣਨਾ ਚਾਹੁੰਦੇ ਹੈ ਉਹਨਾਂ ਨੂੰ CPT ਦੀ ਕੋਚਿੰਗ ਵੀ MMM ਇੰਸਟੀਟਿਊਸ਼ਨ ਵੱਲੋਂ ਦਿੱਤੀ ਜਾਊਗੀ। ਬਾਕੀ ਜੋ ਵੀ ਬੱਚਿਆਂ ਨੂੰ CPT ਦੇ ਨਾਲ ਕੋਈ ਵੀ ਕੁਐਰੀ ਹੈ, ਕੋਈ ਵੀ ਇਨਫੋਰਮੇਸ਼ਨ ਹੈ, ਕੋਈ ਵੀ ਟੈਕਨੋਲੋਜੀਕਲ ਨੌਲੇਜ ਹੈ, ਉਹ ਅਸੀਂ ਬੱਚਿਆਂ ਨੂੰ ਟਾਈਮ ਟੂ ਟਾਈਮ ਪ੍ਰੋਵਾਈਡ ਕਰਵਾਉਂਗੇ। ਮੈਮ ਕਈ ਵਾਰ ਹੁੰਦਾ ਹੈ ਕਿ ਬੱਚੇ ਡਿਸਅਪੁਆਇੰਟ ਹੋ ਜਾਂਦੇ ਕਈ ਵਾਰੀ ਕਿ ਕਿਸੇ ਕੋਲ ਸੁਣੇ ਲਿਆ, ਜਿਹੜਾ ਉਹਦੇ ਭਰਾ ਜਾਂ ਭੈਣ ਕੋਈ ਤਿਆਰੀ ਕਰ ਰਹੇ ਉਹਦੇ ਕੋਲ ਸੁਣੇ ਲਿਆ ਬਹੁਤ ਔਖਾ ਹੈ, ਉਹ ਕਹਿਣ ਲੱਗ ਪੈਂਦੇ ਕਿ ਮੈਨੂੰ ਇੰਨੇ ਸਾਲ ਲੱਗ ਗਏ, ਇਹਦੇ ਵਿੱਚ ਬਹੁਤ ਜ਼ਿਆਦਾ ਜਰਨੀ ਹੈ ਇੱਕ ਕਰਨ ਵਾਸਤੇ। ਤਾਂ ਉਹਨਾਂ ਬੱਚਿਆਂ ਨੂੰ ਕੀ ਇੱਕ ਕਹੋਗੇ ਕਿ ਤਿਆਰੀ ਤਾਂ ਕਰਨੀ ਹੈ, ਪਰ ਕੀ ਸੋਚ ਕੇ ਤਿਆਰੀ ਕਰਨ? ਹਾਂ ਦੇਖੋ ਸਰ, ਮੈਂ ਇੱਕ ਵਰਡ ਸੁਣਿਆ ਇੰਪੋਸੀਬਲ। ਜਦੋਂ ਅਸੀਂ ਫੇਲੀਅਰ ਹੋ ਜਾਂਦੇ ਆ ਨਾ, ਕੋਈ ਮਤਲਬ ਪੇਪਰ ਸਾਡਾ ਨਹੀਂ ਕਲੀਅਰ ਹੁੰਦਾ ਫਸਟ ਅਟੈਂਪਟ ਵਿੱਚ, ਸੈਕਿੰਡ ਅਟੈਂਪਟ ਵਿੱਚ, ਤਾਂ ਸਾਡੇ ਮਾਈਂਡ 'ਚ ਨਾ ਇੱਕ ਵਰਡ ਆ ਜਾਂਦਾ ਇੰਪੋਸੀਬਲ। ਬਟ ਉਹਦਾ ਮੀਨਿੰਗ ਹੀ ਕੀ ਹੁੰਦਾ ਹੈ? ਆਈ ਐਮ ਪੋਸੀਬਲ। ਠੀਕ ਹੈ, ਟਰਾਈ ਅਗੇਨ ਕਰਕੇ ਇੱਕ ਸਾਨੂੰ ਐਕਸਪੀਰੀਅੰਸ, ਸਾਡਾ ਨੌਲੇਜ ਤਾਂ ਵੱਧਦੀ ਹੈ। ਸੈਕਿੰਡ ਥਿੰਗ, ਕਦੀ ਵੀ ਜੋ ਅਸੀਂ ਪੜ੍ਹਦੇ ਹਾਂ ਜਾਂ ਜੋ ਅਸੀਂ ਗੇਨ ਕਰਦੇ ਹਾਂ ਨੌਲੇਜ, ਉਹ ਕਦੀ ਵੇਸਟ ਨਹੀਂ ਜਾਂਦੀ, ਉਹ ਕਦੀ ਨਾ ਕਦੀ ਲਾਈਫ 'ਚ ਕਿਤੇ ਨਾ ਕਿਤੇ ਕੰਮ ਆਉਂਦੀ ਹੈ। ਅਤੇ ਅਗਰ ਟਰਾਈ ਕਰਦੇ ਰਹੋਗੇ, ਇਸ ਵਾਰੀ ਕੋਈ ਛੋਟੀ ਮੋਟੀ ਰਹਿ ਗਈ ਤੁਹਾਡੀ, ਤਾਂ ਉਹ ਨੈਕਸਟ ਟਾਈਮ ਤੁਸੀਂ ਕਵਰ ਅਪ ਕਰਕੇ ਜ਼ਰੂਰ ਪਾਸ ਕਰੋਗੇ। ਅਤੇ ਇਹ ਸਨ ਸਾਡੇ ਨਾਲ ਮੈਮ ਨੇਹਾ ਚੋਪੜਾ, ਅਤੇ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ। ਤਾਂ ਆਓ ਚੱਲਦੇ ਹਾਂ ਮੈਮ ਸ਼ਿਖਾ ਸੂਦ ਦੇ ਕੋਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਤੁਸੀਂ ਇੱਕ ਤਾਂ ਹੁਣ ਇਨਫੋਰਮੇਸ਼ਨ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਟੀਚਰ ਨੇ ਦੇਤੀ, ਤੁਹਾਡੇ ਕਲੀਗ ਨੇ ਦੇਤੀ, ਹੁਣ ਇੱਕ ਜਿਹੜੀ ਇਨਫੋਰਮੇਸ਼ਨ ਬੱਚੇ ਚਾਹੁੰਦੇ ਆ ਕਿ ਕਿਹੋ ਜਿਹਾ ਇਨਫਰਾਸਟਰਕਚਰ ਜਿਹੜਾ ਹੁਣ MMM ਪ੍ਰੋਵਾਈਡ ਕਰਾਊਗਾ, ਕਿਹੋ ਜਿਹੀ ਟੈਕਨੋਲੋਜੀ ਦੇ ਨਾਲ, ਵੀ ਟੈਕਨੋਲੋਜੀ ਬਹੁਤ ਜ਼ਿਆਦਾ ਹੁਣ ਇੱਕ ਹਿੱਸਾ ਬਣ ਗਈ ਹੈ ਬੱਚਿਆਂ ਦੀ ਲਾਈਫ ਦੇ ਅੰਦਰ, ਤਾਂ ਕਿਹੋ ਜਿਹਾ ਟੈਕਨੋਲੋਜੀ ਦਾ ਯੂਜ਼ ਕੀਤਾ ਜਾਂਦਾ MMM ਦੇ ਅੰਦਰ ਤਾਂ ਕਿ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰ ਸਕੇ? ਸਾਡਾ MMM ਔਨਲਾਈਨ ਆਫਲਾਈਨ ਦੋਵੇਂ ਤਰ੍ਹਾਂ ਦੀ ਟੈਕਨੋਲੋਜੀ ਬੱਚਿਆਂ ਨੂੰ ਪ੍ਰੋਵਾਈਡ ਕਰਦਾ ਹੈ। ਚਾਹੇ ਉਹਨਾਂ ਨੂੰ ਔਨਲਾਈਨ ਨੋਟਸ ਚਾਹੀਦੇ ਹੋਣ, ਚਾਹੇ ਆਫਲਾਈਨ ਨੋਟਸ ਚਾਹੀਦੇ ਹੋਣ, ਹਰ ਤਰ੍ਹਾਂ 'ਚ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ 'ਚ ਆਪਾਂ ਨੋਟਸ ਪ੍ਰੋਵਾਈਡ ਕਰ ਦਿੰਦੇ ਹਾਂ। ਮੈਮ, ਰਿਸਪੌਂਸ ਜਿਹੜਾ ਹੈ ਤੁਸੀਂ 1 ਸਾਲ ਤੋਂ ਦੇਖਿਆ ਹੋਣਾ ਕਿ ਬੱਚੇ ਜਿਹੜੇ ਕਾਮਰਸ ਦੇ ਆ, ਕਿਹੋ ਜਿਹਾ ਰਿਸਪੌਂਸ ਆ ਰਿਹਾ, ਕਿਹੋ ਜਿਹਾ ਉਹਨਾਂ ਨੂੰ ਕਿੱਦਾਂ ਦੀ ਨੀਡ ਇੱਕ ਲੱਗ ਰਹੀ ਸੀਗੀ ਕਿ CA ਦੀ ਜਿਹੜੀ ਕੋਚਿੰਗ ਆ ਉਹ ਇੱਥੇ MMM ਹੋਣੀ ਚਾਹੀਦੀ? ਨੀਡ ਤਾਂ ਉਹਨਾਂ ਨੂੰ ਸੀਗੀ ਹੀ ਪਹਿਲੇ ਹੀ, ਹੁਣ ਵੀ ਉਹਨਾਂ ਨੂੰ ਹੈਗੀ ਆ ਕਿ ਉਹਨਾਂ ਨੂੰ ਵਧੀਆ ਹੀ ਫੀਲ ਹੋ ਰਿਹਾ ਕਿ ਹਾਂ ਕਾਮਰਸ ਦੇ ਨਾਲ ਨਾਲ ਹੁਣ ਆਪਾਂ CA ਦੀ ਵੀ ਕੋਚਿੰਗ ਦੇਵਾਂਗੇ, ਅਤੇ ਉਹ ਮਤਲਬ ਉਹਨਾਂ ਨੂੰ ਵਧੀਆ ਹੀ ਫੀਲ ਹੋ ਰਿਹਾ ਤਾਂ ਕਿ ਉਹਨਾਂ ਨੂੰ ਇੱਕ ਹੀ ਰੂਫ ਦੇ ਅੰਦਰ ਸਾਰੀ ਉਹਨਾਂ ਨੂੰ ਫੈਸਿਲਿਟੀਜ਼ ਮਿਲ ਰਹੀਆਂ ਹਨ। ਇਹ ਸਨ ਸਾਡੇ ਨਾਲ ਟੀਚਰਸ MMM ਇੰਸਟੀਟਿਊਟਸ ਦੇ, ਜੋ ਕਿ ਹੁਣ CA ਜਿਹੜੇ ਬੱਚੇ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪੜ੍ਹਾਉਣਗੇ, ਅੱਛੀ ਗਾਈਡੈਂਸ ਦੇਣਗੇ। ਮੈਂ ਜਦ ਗੱਲ ਕਰ ਰਿਹਾ ਸੀ, ਇੰਨਾ ਅੱਛਾ ਅਤੇ ਇੰਨਾ ਪ੍ਰਾਊਡ ਫੀਲ ਹੋ ਰਿਹਾ ਸੀ ਕਿ ਇੰਨੇ ਪੜ੍ਹੇ ਲਿਖੇ, ਇੰਨੇ ਐਕਸਪੀਰੀਅੰਸ ਟੀਚਰ ਜਿਹੜੇ ਨੇ ਉਹ ਹੁਣ ਪੜ੍ਹਾਉਣਗੇ, ਤਾਂ ਕਿ ਹੁਸ਼ਿਆਰਪੁਰ ਦੇ ਜਿਹੜੇ ਬੱਚੇ ਜਿਹਨਾਂ ਨੂੰ ਬਹੁਤ ਲੋੜ ਸੀਗੀ, ਜਿਹੜੇ ਕਿਤੇ ਚੰਡੀਗੜ੍ਹ, ਕਦੀ ਦਿੱਲੀ, ਕਦੀ ਬਹੁਤ ਦੂਰ ਦੂਰ ਆਪਣੇ ਮਾਂ-ਬਾਪ ਤੋਂ ਦੂਰ ਜਾਂਦੇ ਸੀ ਕੁਝ ਪੜ੍ਹਨ ਵਾਸਤੇ, ਤਾਂ ਹੁਣ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਘਰ ਦੇ ਕੋਲ ਹੀ ਜਿਹੜਾ ਇਹੋ ਜਿਹਾ ਇੱਕ ਮਾਧਿਅਮ ਮਿਲ ਗਿਆ ਕਿ ਉਹ ਹੁਣ ਇੱਕ ਆਪਣਾ ਲਾਈਫ ਦਾ ਨਵਾਂ ਚੈਪਟਰ ਜਿਹੜਾ ਉਹ ਸ਼ੁਰੂ ਕਰ ਸਕਣ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਸਕਸ਼ਮ ਕਾਲੀਆ ਦੀ ਰਿਪੋਰਟ।